अस्सलाम वालेकुम यार, कैसे हैं आप? उम्मीद है सब खैरियत से होंगे। से मलाई रखी है उत्ते। मैं तो डायरेक्ट ही ऐसे पका लेती हूँ, मलाई को डायरेक्ट ही चूल्हे पे रख देती हूँ, गर्म कर लेती हूँ अच्छी तरह से। फिर जब वो थोड़ी गर्म हो जाती है तो फिर उसमें ना पानी डाल देती हूँ। फिर थोड़ा सा पका के से उतार के रख देती हूँ। वो ऊपर ऊपर घी आ जाता है, फिर उसे अलग बर्तन में निकाल के ना पका लेते हैं। तो ऐसे गैस का भी कम खर्च होता है और खपखपाई भी नहीं कम होती है। तो नीचे नीचे जो होता है दही और जो कुछ भी होता है वो फिर नीचे रह जाता है, फिर ऐसे घी बनाना आसान है। आज हमने बनाए हैं मूंगरे, आलू, मूंगरे और मटर। तो 2-3 दिन ਦੇ ਮੀਆਂ ਨੇ ਹਸ਼ਰ ਕੀਤਾ ਹੋਇਆ ਤੇ ਵਿਹੜਾ ਭਰਿਆ ਹੋਇਆ ਸੀ ਸਾਡੇ ਕੱਪੜਿਆਂ ਦਾ। ਹੁਣ ਕੁਛ ਲਾ ਲਿਆ, ਕੁਛ ਰਹਿੰਦੇ ਆ। ਤੇ ਬੰਦੇ ਕਹਿੰਦੇ ਬੀਬੀਆਂ ਕੀ ਕਰਦੀਆਂ ਨੇ। ਉਹ ਢੇਰ ਲੱਗਾ ਹਜੇ ਬੂਟਾਂ ਦਾ, ਬੂਟ ਧੋਣ ਵਾਲੇ ਹਸ਼ਰ ਹੋਇਆ ਪਿਆ ਪਈ ਘਰ ਦਾ ਤੇ ਬਾਹਰ ਦਾ। ਉਹ ਪੌਦਾ ਅੰਜੀਰ ਦਾ ਛੋਟਾ ਜਿਹਾ ਹਮ ਲੈ ਕੇ ਆਇਆ ਸੀ ਸਕੂਲੇ। ਮਾਸਟਰਾਂ ਨੇ ਆਖਿਆ ਸੀ ਕਿ ਪੌਦੇ ਲੈ ਕੇ ਆਓ, ਆਪਣੇ ਆਪਣੇ ਲਾਈਏ ਤੁਹਾਡੇ ਨਾਂ 'ਤੇ। ਇਹ ਹੁਣ ਅਸੀਂ ਲੈ ਕੇ ਜਾਵਾਂਗੇ। ਵੇਖੋ, लेकिन राती कहन डया सी कि मम्मा अब मेरे पौधे के लिए सीट नहीं बची। अच्छा, इस दौर में ना ये जी डबल स्टैंडर्ड आना काम है वो बहुत औखा, वो बड़ी जलालत है। बीवी जे डबल स्टैंडर्ड होवे तो शौहर जेड़ा पिस जाता, बेचारे नूं समझ ही नहीं आती भी मैं किहड़े पासे जावां। तो जे बंदा होवे तो बुढ़ी नूं समझ नहीं आती। तो फिर मैं किते ना किते हिसाब लाया कि जेह्ड़े बंदे ना कि चंगा कमाउंदे ने उन्हां नूं चाहिदा कि नमैश ना करन। क्यों घर विच जदों चंगे जी भी हुंदे विच, कुछ माड़े भी हुंदे। कुछ चाहुंदे असीं तरक्की करिए ते पर किसे दे बल बोते ते करिए, अपने ते ना करिए। ते ओह् फिर लालच च आ जांदे। ਜਦੋਂ ਅਸੀਂ ਉਹਨਾਂ ਨੂੰ ਪੈਸਾ ਦਿੰਦੇ ਹਾਂ, ਵਰਤਦੇ ਹਾਂ, ਤਾਂ ਫਿਰ ਵਿਖਾਲਦੇ ਹਾਂ ਨਾ, ਨਮਾਇਸ਼ ਕਰਦੇ ਹਾਂ, ਵੱਧ ਕੇ ਗਾਂਹ ਹੁੰਦੇ ਆ। ਫਿਰ ਸਾਡੇ ਵਾਸਤੇ ਬੜੇ ਮਸਾਇਲ ਪੈਦਾ ਹੁੰਦੇ। ਸਾਡੇ ਫਿਰ ਬੱਚੇ ਵੀ ਜਿਹੜੇ ਆ ਉਹ ਕਈ ਐਸੇ ਬੱਚੇ ਹੁੰਦੇ ਜਿਹੜੇ ਕ੍ਰਿਮੀਨਲ ਮਾਈਂਡ ਹੁੰਦੇ ਆ। ਫਿਰ ਹਾਲਾਤ ਦੀ ਵਜ੍ਹਾ ਤੋਂ, ਕੁਛ ਉਹਨਾਂ ਦੇ ਆਪਣੇ ਮਸਾਇਲ ਹੁੰਦੇ ਆ, ਉਹਨਾਂ ਦੀ ਵਜ੍ਹਾ ਤੋਂ ਉੱਦਾਂ ਦੇ ਹੋ ਜਾਂਦੇ ਆ। ਅਤੇ ਬੰਦੇ ਵਿਚਾਰੇ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਜਿਹੜਾ ਨਾ ਇਸ ਗੱਲਾਂ ਮੈਨੂੰ ਮਰਦ 'ਤੇ ਬੜਾ ਤਰਸ ਆਉਂਦਾ ਕਿ ਉਹਨੂੰ ਵਿਚਾਰੇ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਦੱਸਾਂ ਕਿ ਮੇਰੀ ਤਨਖਾਹ ਕਿੰਨੀ ਆ ਜਾਂ ਮੈਂ ਨਾ ਦੱਸਾਂ। ਜੇ ਇਹਨਾਂ ਨੂੰ ਦੱਸਿਆ ਤਾਂ ਇਹਨਾਂ ਨੇ ਮੇਰੇ 'ਤੇ ਇੱਕ ਪੱਟ ਹੋਰ ਰੱਖ ਦੇਣੀ ਆ ਅਤੇ ਬੱਚਿਆਂ ਨੇ ਵੀ ਉਮੀਦਾਂ ਜ਼ਿਆਦਾ ਰੱਖ ਲੈਣੀਆਂ ਅਤੇ ਭੈਣ ਭਰਾਵਾਂ ਨੇ, ਮਾਂ ਪਿਓ ਨੇ ਵੀ, ਅਤੇ ਮੁੜ ਕੇ ਇਹਨਾਂ ਪੱਲੇ ਨਹੀਂ ਬਣਨਾ ਜਦੋਂ ਮੇਰੇ ਕੋਲ ਕੁਛ ਨਹੀਂ ਰਹਿ ਜਾਣਾ। ਅਤੇ ਫਿਰ ਉਹ ਇਸੇ ਛੱਜੋ ਪੰਜ 'ਚ ਹੀ ਉਹ ਰਹਿੰਦਾ। ਫਿਰ ਜੇ ਉਹ ਆਖੇ ਕਿ ਮੇਰੀ ਥੋੜ੍ਹੀ ਆ, ਫਿਰ ਵੀ 100 ਮਸਲੇ ਮਸਾਇਲ ਨਜ਼ਰ ਆਉਂਦੇ ਨੇ ਘਰ ਦੇ ਬਾਹਰ ਦੇ। ਉਹ ਤਾਂ ਵੀ ਵਿਚਾਰਾ ਪਰੇਸ਼ਾਨ ਹੀ ਰਹਿੰਦਾ। ਜਿੱਥੇ ਔਰਤਾਂ ਪਰੇਸ਼ਾਨ ਹੁੰਦੀਆਂ ਉੱਥੇ ਮਰਦ ਵੀ ਪੈਸੇ ਨੂੰ ਲੈ ਕੇ, ਹਾਲਾਤ ਨੂੰ ਲੈ ਕੇ ਬਹੁਤ ਪਰੇਸ਼ਾਨ ਹੁੰਦੇ ਆ। ਬਾਕੀ ਜਿਹੜਾ ਹੈ ਵਾ ਕਿ ਵਿਚਾਰੇ ਉਹ ਕਹਿੰਦੇ ਆ ਕਿ ਜੇ ਕਿਸੇ ਭਾਈ ਨਾਲ ਗੱਲ ਕਰੋ ਨਾ ਤਾਂ ਉਹ ਕਹੇਗਾ ਕਿ ਯਾਰ ਜੇ ਸਟੈਂਡਰਡ ਇੱਕ ਰੱਖੀਏ ਨਾ, ਕਿ ਹਾਈ ਸਟੈਂਡਰਡ ਰੱਖੀਏ, ਤਾਂ ਫਿਰ ਸਾਡੇ ਕੋਲ ਪੂਰਾ ਨਹੀਂ ਹੁੰਦਾ, ਪੂਰੀ ਨਹੀਂ ਹੁੰਦੀ। ਅਤੇ ਜੇ ਅਸੀਂ ਬਿਲਕੁਲ ਲੋਅ 'ਤੇ ਲੈ ਜਾਈਏ ਤਾਂ ਫਿਰ ਸਾਡਾ ਜਿਹੜਾ ਨਾ ਉੱਕਾ ਹੀ ਤੇਰੀ ਗਰੀਬਾਂ ਵਾਲੀ ਜ਼ਿੰਦਗੀ ਕਿੰਨਾ ਕੁ ਚਿਰ ਬੰਦਾ ਜੀਵੇ। ਅਤੇ ਜੇ ਵਿਚਕਾਰ ਖਲੋਣ ਲੱਗੀਏ ਤਾਂ ਵਿਚਕਾਰ ਖਲੋਣ ਲੱਗਿਆ ਹੋਰ ਐਸੇ ਕਈ ਛਾਵਾਂ ਸਿਰ 'ਤੇ ਸਵਾਰ ਹੋ ਜਾਂਦੀਆਂ ਨੇ, ਖਾਹਿਸ਼ਾਂ, ਉਮੀਦਾਂ ਨਾਲ ਜੁੜੇ ਦੂਸਰੇ ਲੋਕਾਂ ਦੀਆਂ, ਜਿਨ੍ਹਾਂ ਨੂੰ ਸਮਝ ਨਹੀਂ ਹਜੇ ਇੰਨੀ ਹੁੰਦੀ। ਉਹਨਾਂ ਨੇ ਵਕਤ ਅੱਛਾ ਬੁਰਾ ਨਹੀਂ ਵੇਖਿਆ ਹੁੰਦਾ ਅਤੇ ਫਿਰ ਉਹ ਇਸ ਗੱਲੋਂ ਵੀ ਬੜਾ ਪਰੇਸ਼ਾਨ ਰਹਿੰਦਾ। ਭਾਈ ਵਿਚਾਰਾ ਇਸ ਗੱਲੋਂ ਵੀ ਬਹੁਤ ਅਪਸੈਟ ਹੁੰਦਾ। ਬਾਕੀ ਤੁਸੀਂ ਆਪਣਾ ਤਜਰਬਾ ਵੀ ਸ਼ੇਅਰ ਕਰ ਸਕਦੇ ਜੇ, ਕੋਈ ਐਸੀ ਗੱਲ ਨਹੀਂ। ਮੈਂ ਕੋਈ ਤਾਂ ਏਡੀ ਤਜਰਬੇਕਾਰ ਨਹੀਂ ਹੈ। ਮੇਰੇ ਤਜਰਬੇ ਜਿਹੜੀ ਸ਼ਾਇਦ ਆਉਂਦੀ ਆ ਉਹ ਮੈਂ ਤੁਹਾਨੂੰ ਦੱਸਦੀ, ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ। ਅਤੇ ਤੁਹਾਡੇ ਤਜਰਬੇ 'ਚ ਕੋਈ ਗੱਲ ਹੈ ਤਾਂ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਓ।
ਬਾਕੀ ਮੇਰੇ ਵਾਸਤੇ ਦੁਆ ਕਰ ਸੁਟਿਓ ਕਿ ਮੈਂ ਇੱਕ ਛੋਟੀ ਜੀ ਕੋਸ਼ਿਸ਼ ਕਰਨ ਰਹੀ ਹਾਂ ਤੇ ਅੱਲਾਹ ਤਾਲਾ ਮੈਨੂੰ ਉਹਦੇ 'ਚ ਕਾਮਯਾਬ ਕਰ ਦੇ। ਆਮੀਨ। ਅੱਲਾ ਹਾਫਿਜ਼। ਤੇ ਤੁਹਾਡੇ ਵਾਸਤੇ ਮੈਂ ਵੀ ਦੁਆ ਕਰਾਂਗੀ ਸਭ ਵਾਸਤੇ ਕਿ ਜਿਹੜੇ ਜਿੰਨੀ ਵੀ ਉਮੀਦ ਦੇ ਨਾਲ ਕੋਸ਼ਿਸ਼ ਦੇ ਨਾਲ ਲੱਗੇ ਹੋਏ ਨੇ, ਅੱਲਾਹ ਤਾਲਾ ਉਹਨਾਂ ਨੂੰ ਤੋੜ ਚੜਾ ਦੇ। ਆਮੀਨ।